क्यों इन्हों दुध पी के जो छड़ देंगे ने अवारा घूमदियां ने ये फिर लोगों के विच वजदियां ने। इन्हां दा ये नहीं पता कि तुरिया जांदा किधर नूं मुड़ जाना, पिछों स्पीड नाल गड्डी हुंदी है वो विच वज जांदी है। वो फिर सारे कई तो मैंबरां दे मैंबर ही खत्म हो जाते हैं। इस करके मेरे बस यही दिमाग दे विच आया कि चलो होर नहीं, क्यों पहला मेरा बेटा चढ़ाई कर गया ही, घरे है नहीं सी कोई भी होर, परिवार मेरा खत्म हो गया। इस कारण फिर मेरी बुद्धि ने काम किया भी चलो इन्हां नाल एक तां दिल लग्या रहूगा पशुओं के नाल। इन्हां दी मैं सेवा दे विच 1.5 साल तो जुटिया होया आ। नहीं जी, सानू कोई दुध दा कोई मतलब नहीं इन्हां नाल। जे तो कोई सूह पई तो चलो वाहिगुरू की किरपा नाल सूह भी पैणगियां, क्यों लोगों ने फंडर गावां छड्डियां हुंदियां ने, कि बहुत घੱਟ सुंदियां ने। इन्हां नूं बाकी असीं दवाई बूटी का भी मतलब कि करदे आ उपराला, दवाई बूटी दे के इन्हां नूं करीदा भी चलो कोई ना कोई गां सूह पेगी। सरकारां ने उपराले की करने आ, सरकारां दे तो अपने नहीं ढिड मंत्रियों दे भरदे, ठीक है कि नहीं। उन्होंने की करना, उन्होंने तो एक जुगाड़ बनाए हुए आ अपने सिर्फ खाण वास्ते। जिथे भी किते देख लियो गऊशाला दे विच जाके दुध वालियां गऊआं रखियां हुई ने। आ मैं खरड़ दे विच देखा, मैं वो कुहाड़ी वाले बाबे कोल गया, उहदे मोहरे 17-18 बच्चे फिरदे आ। उन्हें मैं कहा बाबा जी अंदर वाड़ दूँ बच्चे फड़ के, कहंदा ना 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 ना, कहंदा गां मैनूं गावां दुध वालियां बचक दे जा, अजे बच्चे नहीं मैं वाड़ सकदा। नहीं जी, सानू कोई कितों सहयोग नहीं मिल रहा। असीं अपने वल्लों ही इन्हां दे वास्ते कोई मंग तंग के लिया के गराही करी दी आ, कुछ उपराला बस करके इन्हां वास्ते मंग तंग के पट्ठे लिया के इन्हां दा ढिड भरीदा। ਉਹ देखो टैंकर साडे को पानी का वो टैंकियां रखियां हुई ने, बाहरों 500 रुपए का असीं टैंकर मंगाउने आ। बेटे मैं देखा मरदे एक्सीडेंट होके कई गड्डियां दे विच कई सानां दे विच गावां 'च गड्डी आण के वज जांदी आ, उत्थे ही खत्म हो जांदे आ। ਇਹੋ ਜਿਹਾ ਪਹਿਲੀ ਗੱਲ तो इत्थे कोई पैसा ही नहीं हैगा। ਅਸੀਂ ਤਾਂ ਮੰਗ ਕੇ ਇਹਨਾਂ ਨੂੰ ਲਿਆ ਕੇ ਖਵਾਉਂਦੇ ਆ, ਅਸੀਂ ਪੈਸਾ ਕਿੱਥੋਂ ਖਾਣਾ ਆ। ਇਹਨਾਂ ਦਾ ਢਿੱਡ ਭਰ ਜੇ ਇੰਨਾ ਥੋੜਾ ਆ। ਅਸੀਂ ਤਾਂ ਆਪਣੇ ਕੱਪੜੇ ਵੀ ਨਹੀਂ, ਅਸੀਂ ਤਾਂ ਉਹਨਾਂ ਚਿਰ ਰੋਟੀ ਨਹੀਂ ਖਾਂਦੇ ਜਿੰਨ ਚਿਰ ਇਹਨਾਂ ਨੂੰ ਅਸੀਂ ਖਵਾ ਨਹੀਂ ਲੈਂਦੇ। ਪਰ ਚੱਕਰ ਇਹ ਆ ਨਾ, ਚੀਕੀ ਤਾਂ ਜਾਂਦੇ ਆ ਜਾਂ ਤਾਂ ਸਹਿਯੋਗ ਦੇਣ ਆਣ ਕੇ, ਫਾਇਦਾ ਤਾਂ ਆ ਚੀਕਣ ਨਾਲ ਥੋੜੀ ਗੱਲ ਬਣ ਜਾਣੀ ਆ। ਤੇ ਮੈਂ ਇੱਥੇ ਬੈਠਾ ਰੌਲਾ ਪਾਈ ਜਾਂਦਾ, ਰੌਲਾ ਪਾਏ ਵੀ ਉਹ ਡੁੱਬ ਗਿਆ। ਹੁਣ ਡੁੱਬੇ ਨੂੰ ਜਾਂ ਤਾਂ ਮੈਂ ਫੜਾਂ ਤਾਂ ਆ ਨਾ, ਫਾਇਦਾ ਤਾਂ ਇਸ ਗੱਲ ਦਾ ਆ। ਬੇਅਦਬੀ ਤਾਂ ਆਪੇ ਹੁੰਦੀ ਹੈ ਜਦੋਂ ਰੋਡਾਂ 'ਤੇ ਤੁਰੀਆਂ ਫਿਰਦੀਆਂ, ਗੰਦਾ ਖਾਂਦੀਆਂ, ਲਿਫਾਫੇ ਖਾਂਦੀਆਂ ਨੇ, ਆਪੇ ਬੇਅਦਬੀ ਤਾਂ ਆਪੇ ਹੀ ਹੋਣੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਮੈਂ ਹਾਂ ਤੁਹਾਡੇ ਨਾਲ ਜਗਸੀਰ ਸਿੰਘ। ਅੱਜ ਤੁਹਾਨੂੰ ਅਜਿਹੀਆਂ ਤਸਵੀਰਾਂ ਦਿਖਾਵਾਂਗੇ, ਇੱਕ ਅਜਿਹੇ ਬਾਬੇ ਜੀ ਨਾਲ ਮਨਾਵਾਂਗੇ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਇੱਕ ਵੱਡਾ ਉਪਰਾਲਾ ਕੀਤਾ ਹੈ। ਮੈਂ ਗੱਲ ਕਰ ਰਿਹਾ ਇਕਬਾਲ ਸਿੰਘ ਜੀ ਦੀ, ਜਿਨ੍ਹਾਂ ਨੇ ਇੱਕ ਗਊਸ਼ਾਲਾ ਬਣਾਈ ਹੈ ਛੋਟੀ ਜੀ। ਅਕਸਰ ਆਪਾਂ ਦੇਖਦੇ ਹਾਂ ਸੜਕਾਂ ਦੇ ਉੱਤੇ ਘਟਨਾਵਾਂ ਵਾਪਰਦੀਆਂ ਨੇ, ਗਊਆਂ ਆ ਜਾਂਦੀਆਂ ਨੇ, ਕਈਆਂ ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ ਨੇ, ਘਰ ਦੇ ਜੀਅ ਚਲੇ ਜਾਂਦੇ ਨੇ ਇੱਕ ਐਕਸੀਡੈਂਟ ਕਰਕੇ। ਪਰ ਗਊਆਂ ਸੜਕਾਂ ਦੇ ਉੱਤੇ ਤੁਰੀਆਂ ਰਹਿੰਦੀਆਂ ਨੇ, ਉਹਨਾਂ ਦੀ ਕੋਈ ਦੇਖਭਾਲ ਨਹੀਂ ਹੁੰਦੀ। ਗਊਸ਼ਾਲਾ ਦੇ ਵਿੱਚ ਅਕਸਰ ਦੇਖਿਆ ਜਾਂਦਾ ਸਫਾਈ ਵੀ ਬਹੁਤ ਘੱਟ ਹੁੰਦੀ ਹੈ। ਮੈਂ ਤੁਹਾਨੂੰ ਇੱਕ ਅੱਜ ਗਊਸ਼ਾਲਾ ਛੋਟੀ ਜਿਹੀ ਦੇ ਵਿੱਚ ਲੈ ਕੇ ਆਇਆ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਇਹ ਬਾਬਾ ਇਕਬਾਲ ਸਿੰਘ ਵੱਲੋਂ ਉਸਾਰੀ ਗਈ ਹੈ। ਬਾਬਾ ਜੀ ਸੇਵਾ ਕਰ ਰਹੇ ਨੇ ਇੱਥੇ ਕਾਫੀ ਸਮੇਂ ਤੋਂ, ਘੱਟ 2 ਸਾਲ ਵਾਂਗੂ ਹੋ ਗਏ ਇਹਨਾਂ ਨੂੰ ਸੇਵਾ ਨਿਭਾਉਂਦਿਆਂ। ਅਤੇ ਜਦੋਂ ਸਾਨੂੰ ਪਤਾ ਲੱਗਿਆ, ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਬਾ ਜੀ ਨਾਲ ਵੀ। ਬਾਬਾ ਜੀ ਨੇ ਦੱਸਿਆ ਸਾਨੂੰ ਵੀ ਇੰਨਾ ਟਾਈਮ ਤੋਂ ਹੋ ਗਿਆ ਸੇਵਾ ਕਰਦਿਆਂ। ਅਕਸਰ ਅਸੀਂ ਦੇਖਿਆ ਵੀ ਗਊਸ਼ਾਲਾ ਦੇ ਵਿੱਚ ਸਫਾਈ ਵੀ ਬਹੁਤ ਘੱਟ ਹੁੰਦੀ ਹੈ। ਅਤੇ ਅੱਜ ਬਾਬਾ ਜੀ ਦਾ ਇੱਕ ਖਾਸ ਉਪਰਾਲਾ ਵੀ ਚੰਗੀ ਸਿਹਤ ਵੱਲੋਂ, ਜਿਵੇਂ ਕਿ ਗੱਲ ਕਰ ਲਈ, ਬਾਬਾ ਜੀ ਨੇ ਖਾਸ ਗੱਲ ਕੀਤੀ ਹੈ। ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਨਾਲ, ਇਕਬਾਲ ਸਿੰਘ ਜੀ ਨਾਲ। ਬਾਬਾ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਟੀਵੀ 'ਤੇ। ਅਕਸਰ ਅਸੀਂ ਸਵਾਗਤ ਕਰਦੇ ਹਾਂ ਹੋਰ ਜਿਹੜੇ ਸੈਲੀਬ੍ਰਿਟੀ ਹੁੰਦੇ ਉਹਨਾਂ ਦੇ, ਪਰ ਤੁਹਾਡਾ ਸਵਾਗਤ ਕਰਦੇ ਹਾਂ ਕਿਉਂਕਿ ਅੱਜ ਖਾਸ ਉਪਰਾਲਾ ਤੁਹਾਡੇ ਵੱਲੋਂ ਜਿਹੜਾ ਉਸਾਰਿਆ ਗਿਆ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਪਹੁੰਚੇ ਹੋਏ ਹਾਂ ਅਸੀਂ। ਕਮ ਸੇ ਕਮ ਜਿਵੇਂ ਤੁਸੀਂ ਦੱਸਿਆ ਸਾਨੂੰ 1.5-2 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦਿਆਂ। ਕਿਸ ਤਰ੍ਹਾਂ ਜਹਿਨ ਦੇ ਵਿੱਚ ਆਇਆ ਸੀ ਵੀ ਗੁਰੂ ਦੇ ਬਾਣੇ ਨਾਲ ਵੀ ਕਾਫੀ ਸਮੇਂ ਤੋਂ ਜੁੜੇ ਹੋਏ ਹੋ, ਕਿਸ ਤਰ੍ਹਾਂ ਜਹਿਨ ਦੇ ਵਿੱਚ ਆਇਆ ਵੀ ਤੁਸੀਂ ਇਸ ਤਰ੍ਹਾਂ ਇੱਕ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ, ਗਾਵਾਂ ਦੀ ਸੇਵਾ ਕਰ ਸਕਦੇ ਹੋ? ਇਹ ਜੀ ਮੈਨੂੰ ਨਾ ਜਦੋਂ ਐਕਸੀਡੈਂਟ ਹੁੰਦੇ ਦੇਖਦਾ ਮੈਂ ਰੋਡਾਂ ਦੇ ਉੱਤੇ, ਇਹ ਬਹੁਤ ਜ਼ਰੂਰੀ ਹੈ ਕਿ ਇਹਨਾਂ ਨੂੰ ਲੋਕ ਦੁੱਧ ਪੀ ਕੇ ਛੱਡ ਦਿੰਦੇ ਨੇ। ਕਿਉਂ ਇਹਨਾਂ ਨੂੰ ਦੁੱਧ ਪੀ ਕੇ ਜਦੋਂ ਛੱਡ ਦਿੰਦੇ ਨੇ, ਅਵਾਰਾ ਘੁੰਮਦੀਆਂ ਨੇ, ਇਹ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ। ਇਹਨਾਂ ਦਾ ਇਹ ਨਹੀਂ ਪਤਾ ਕਿ ਤੁਰਿਆ ਜਾਂਦਾ ਕਿੱਧਰ ਨੂੰ ਮੁੜ ਜਾਣਾ, ਪਿੱਛੋਂ ਸਪੀਡ ਨਾਲ ਗੱਡੀ ਹੁੰਦੀ ਹੈ ਉਹ ਵਿੱਚ ਵੱਜ ਜਾਂਦੀ ਹੈ। ਇਸ ਕਾਰਨ
ਉਹ ਫਿਰ ਸਾਰੇ ਕਈ ਤਾਂ ਮੈਂਬਰਾਂ ਦੇ ਮੈਂਬਰ ਹੀ ਖਤਮ ਹੋ ਜਾਂਦੇ ਆ। ਇਸ ਕਰਕੇ ਮੇਰੇ ਬਸ ਇਹੀ ਦਿਮਾਗ ਦੇ ਵਿੱਚ ਆਇਆ ਵੀ ਚਲੋ ਹੋਰ ਨਹੀਂ, ਕਿਉਂ ਪਹਿਲਾਂ ਮੇਰਾ ਬੇਟਾ ਚੜ੍ਹਾਈ ਕਰ ਗਿਆ ਸੀ, ਘਰੇ ਹੈ ਨਹੀਂ ਸੀ ਕੋਈ ਵੀ, ਹੋਰ ਪਰਿਵਾਰ ਮੇਰਾ ਖਤਮ ਹੋ ਗਿਆ। ਇਸ ਕਾਰਨ ਫਿਰ ਮੇਰੀ ਬੁੱਧੀ ਨੇ ਕੰਮ ਕੀਤਾ ਵੀ ਚਲੋ ਇਹਨਾਂ ਨਾਲ ਇੱਕ ਤਾਂ ਦਿਲ ਲੱਗਿਆ ਰਹੂਗਾ ਪਸ਼ੂਆਂ ਦੇ ਨਾਲ। ਇਹਨਾਂ ਦੀ ਮੈਂ ਸੇਵਾ ਦੇ ਵਿੱਚ 1.5 ਸਾਲ ਤੋਂ ਜੁਟਿਆ ਹੋਇਆ ਆ। ਆਹ ਦੇਖੋ ਇਹ ਅਵਾਰਾ ਪਸ਼ੂ ਨੇ, ਇਹਨਾਂ ਨੂੰ ਮੈਂ ਇੱਥੇ ਰੱਖਿਆ ਹੋਇਆ, ਇਹਨਾਂ ਦੀ ਸੇਵਾ ਕਰਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ। ਆਹ ਦੇਖੋ ਅਸੀਂ ਸਾਫ਼ ਸਫਾਈਆ ਪੂਰਾ ਰੱਖੀਦਾ, ਇਸ ਕਾਰਨ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ। ਜੀ ਬਾਬਾ ਜੀ, ਕਿਤੇ ਨਾ ਕਿਤੇ ਇਹ ਕੰਮ ਸਰਕਾਰਾਂ ਦੇ ਹੋ ਜਾਂਦੇ ਨੇ ਵੀ ਸਰਕਾਰਾਂ ਇੱਕ ਫਾਊਂਡੇਸ਼ਨ ਚਲਾਉਂਦੀਆਂ ਨੇ, ਉਸ ਦੇ ਹਿਸਾਬ ਨਾਲ ਗਊਸ਼ਾਲਾ ਬਣਦੀ ਹੈ, ਗਊਸ਼ਾਲਾ ਦੇ ਵਿੱਚ ਗਾਵਾਂ ਰੱਖੀਆਂ ਜਾਂਦੀਆਂ ਨੇ। ਉੱਥੇ ਵੀ ਗਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਸਿਰਫ ਜਿਹੜੀਆਂ ਦੁੱਧ ਦਿੰਦੀਆਂ ਹੋਣਗੀਆਂ ਉਹੀ ਰੱਖੀਆਂ ਜਾਣਗੀਆਂ, ਬਾਕੀ ਤਾਂ ਅਵਾਰਾ ਬਾਹਰ ਤੁਰੀਆਂ ਫਿਰਨਗੀਆਂ। ਤੁਸੀਂ ਉਸ ਹਿਸਾਬ ਨਾਲ ਕਿਵੇਂ ਤੋਂ ਜਹਿਨ 'ਚ ਆਇਆ ਵੀ ਤੁਸੀਂ ਇਸ ਤਰ੍ਹਾਂ ਉਪਰਾਲਾ ਕਰ ਸਕਦੇ ਹੋ, ਹਰੇਕ ਗਾਂ ਇੱਥੇ ਰੱਖ ਸਕਦੇ ਹੋ? ਗਾਂ ਕੁਛ ਨਹੀਂ ਜੀ, ਸਾਨੂੰ ਕੋਈ ਦੁੱਧ ਦਾ ਕੋਈ ਮਤਲਬ ਨਹੀਂ ਇਹਨਾਂ ਨਾਲ। ਜੇ ਤਾਂ ਕੋਈ ਸੂਹ ਪਈ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਸੂਹ ਵੀ ਪੈਣਗੀਆਂ, ਕਿਉਂ ਲੋਕਾਂ ਨੇ ਫੰਡਰ ਗਾਵਾਂ ਛੱਡੀਆਂ ਹੁੰਦੀਆਂ ਨੇ, ਇਹ ਕਿ ਬਹੁਤ ਘੱਟ ਸੁੰਦੀਆਂ ਨੇ ਇਹਨਾਂ ਨੂੰ। ਬਾਕੀ ਅਸੀਂ ਦਵਾਈ ਬੂਟੀ ਦਾ ਵੀ ਮਤਲਬ ਕਿ ਕਰਦੇ ਹਾਂ ਉਪਰਾਲਾ, ਦਵਾਈ ਬੂਟੀ ਦੇ ਕੇ ਇਹਨਾਂ ਨੂੰ ਕਰੀਦਾ ਵੀ ਚਲੋ ਕੋਈ ਨਾ ਕੋਈ ਗਾਂ ਸੂ ਪਏਗੀ। ਚਲੋ ਫਿਰ ਵੀ ਕੋਈ ਹੈਗੀਆਂ ਵਿੱਚ 1 2 4 ਸੂਣ ਵਾਲੀਆਂ ਵੀ ਆ ਹੁਣ ਇਸ ਟਾਈਮ ਤੇ। ਇਸ ਕਾਰਨ ਕੋਈ ਸਰਕਾਰਾਂ ਜਿਹੜੀਆਂ ਸਰਕਾਰਾਂ ਆ, ਸਰਕਾਰਾਂ ਨੇ ਉਪਰਾਲੇ ਕੀ ਕਰਨੇ ਆ? ਸਰਕਾਰਾਂ ਦੇ ਤਾਂ ਆਪਣੇ ਨਹੀਂ ਢਿੱਡ ਮੰਤਰੀਆਂ ਦੇ ਭਰਦੇ, ਠੀਕ ਆ ਕਿ ਨਹੀਂ? ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਤੇ ਇੱਕ ਜੁਗਾੜ ਬਣਾਏ ਹੋਏ ਆ ਆਪਣੇ ਸਿਰਫ ਖਾਣ ਵਾਸਤੇ, ਹੋਰ ਕੋਈ ਉਹਨਾਂ ਕੋਲ ਉਪਰਾਲਾ ਨਹੀਂ। ਉਹਨਾਂ ਨੇ ਤਾਂ ਇੱਕ ਪੈਸਾ ਇਕੱਠਾ ਕਰਨ ਵਾਸਤੇ ਇੱਕ ਚੀਜ਼ਾਂ ਬਣਾਈਆਂ ਹੋਈਆਂ ਵੀ ਅਸੀਂ ਪੈਸਾ ਕਿਸ ਢੰਗ ਨਾਲ ਇਕੱਠਾ ਕਰਨਾ ਆ। ਉਹ ਫੰਡਰ ਗਾਵਾਂ ਨੂੰ ਤਾਂ ਸਾਂਭਦੇ ਹੀ ਨਹੀਂ ਹੈ, ਉਹ ਤਾਂ ਸਿਰਫ ਉਹਨਾਂ ਨੇ ਦੁੱਧ ਵਾਲੀਆਂ ਰੱਖੀਆਂ ਹੁੰਦੀਆਂ ਨੇ। ਜਿੱਥੇ ਵੀ ਕਿਤੇ ਦੇਖ ਲਿਓ ਗਊਸ਼ਾਲਾ ਦੇ ਵਿੱਚ ਜਾ ਕੇ ਦੁੱਧ ਵਾਲੀਆਂ ਗਊਆਂ ਰੱਖੀਆਂ ਹੋਈਆਂ ਨੇ। ਆ ਮੈਂ ਖਰੜ ਦੇ ਵਿੱਚ ਦੇਖਿਆ, ਮੈਂ ਉਹ ਕੁਹਾੜੀ ਵਾਲੇ ਬਾਬੇ ਕੋਲ ਗਿਆ, ਉਹਦੇ ਮੋਹਰੇ 17 18 ਵੱਛੇ ਫਿਰਦੇ ਆ। ਉਹਨੂੰ ਮੈਂ ਕਿਹਾ ਬਾਬਾ ਜੀ ਅੰਦਰ ਵਾੜ ਦੇਵਾਂ ਵੱਛੇ ਫੜ ਕੇ? ਕਹਿੰਦਾ ਨਾ 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 ਨਾ, ਕਹਿੰਦਾ ਗਾਵਾਂ ਦੁੱਧ ਵਾਲੀਆਂ ਚੱਕਦੇ ਜਾ, ਅਜੇ ਵੱਛੇ ਨਹੀਂ ਮੈਂ ਵਾੜ ਸਕਦਾ। ਦੱਸ, ਇਹ ਜਿਹੜੇ ਰੋਡ ਤੇ ਫਿਰਦੇ ਆ ਵੱਛੇ ਤੇਰੇ ਮੂਹਰੇ ਫਿਰਦੇ, ਤੇਰੇ ਮੂਹਰੇ ਮੰਦਿਰ ਦੇ ਸਾਹਣ ਬੈਠੇ ਹੁੰਦੇ ਆ ਵੀ ਇਹਨਾਂ ਨੂੰ ਅੰਦਰ ਵਾੜ ਲਓ, ਐਕਸੀਡੈਂਟ ਹੁੰਦੇ ਆ। ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ, ਉਹਨਾਂ ਨੂੰ ਤਾਂ ਮਤਲਬ ਖਾਣ ਤੱਕ ਆ, ਸਿਰਫ ਇੱਕ ਨਿਸ਼ਾਨਾ ਉਹਨਾਂ ਦਾ ਇੱਕੋ ਹੀ ਆ ਬਸ। ਆਹ ਦੇਖ ਲਓ ਸਾਡੇ ਕੋਲ ਕੋਈ ਵੀ ਗਾਂ ਜੇ ਦੁੱਧ ਦਿੰਦੀ ਹੋਵੇ ਤਾਂ ਬਿਲਕੁਲ। ਜੀ ਬਾਬਾ ਜੀ, ਆਪਾਂ ਤੁਰ ਤੇ ਗੱਲ ਕਰਾਂਗੇ। ਸੋ ਬਾਬਾ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਇਹ ਸਾਰਾ ਸਹਿਯੋਗ ਆਉਂਦਾ ਕਿੱਥੋਂ ਹੈ? ਕਿ ਤੁਸੀਂ ਆਪਦੇ ਸਿਰ ਤੋਂ ਹੀ ਕਰਦੇ ਹੋ ਜਾਂ ਕਿਸ ਨਾਲ ਗੱਲਬਾਤ ਕਰਦੇ ਹੋ, ਜਾਂ ਤੁਹਾਨੂੰ ਸਰਕਾਰਾਂ ਵੱਲੋਂ ਫਾਊਂਡੇਸ਼ਨ ਹੁੰਦੀ ਹੈ ਕੁਛ? ਨਹੀਂ ਜੀ, ਸਾਨੂੰ ਕੋਈ ਕਿਤੋਂ ਸਹਿਯੋਗ ਨਹੀਂ ਮਿਲ ਰਿਹਾ। ਅਸੀਂ ਆਪਣੇ ਵੱਲੋਂ ਹੀ ਇਹਨਾਂ ਦੇ ਵਾਸਤੇ ਕੋਈ ਮੰਗ ਤੰਗ ਕੇ ਲਿਆ ਕੇ ਗਰਾਹੀ ਕਰੀਦੀ ਆ, ਕੁਛ ਉਪਰਾਲਾ ਬਸ ਕਰਕੇ ਇਹਨਾਂ ਵਾਸਤੇ ਮੰਗ ਤੰਗ ਕੇ ਪੱਠੇ ਲਿਆ ਕੇ ਇਹਨਾਂ ਦਾ ਢਿੱਡ ਭਰੀਦਾ। ਉਹ ਦੇਖੋ ਟੈਂਕਰ ਸਾਡੇ ਕੋਲ ਪਾਣੀ ਦਾ, ਉਹ ਟੈਂਕੀਆਂ ਰੱਖੀਆਂ ਹੋਈਆਂ ਨੇ, ਬਾਹਰੋਂ 500 ਰੁਪਏ ਦਾ ਅਸੀਂ ਟੈਂਕਰ ਮੰਗਾਉਂਦੇ ਆ ਇਹਨਾਂ ਦੇ ਵਾਸਤੇ। ਪਾਣੀ ਵਾਸਤੇ ਅਸੀਂ ਉਹ ਪ੍ਰਬੰਧ ਰੱਖਿਆ ਹੋਇਆ। ਦੇਖੋ ਡਰਮ ਭਰ ਲਈਦੇ ਨੇ, ਕੁਛ ਪਾਣੀ ਪਿਆ ਲਈਦਾ, ਕੁਛ ਇਹਨਾਂ ਦੇ ਵਾਸਤੇ ਉਹ ਜਮ੍ਹਾਂ ਰੱਖ ਲਈਦਾ। 1 2 ਦਿਨ ਉਹ ਲੰਘ ਜਾਂਦੇ ਨੇ, 500 ਰੁਪਏ ਟੈਂਕਰ ਦਾ ਅਸੀਂ ਦੇ ਕੇ ਭਰਾ ਲੈਂਦੇ ਆ। ਤੇ ਕਿੰਨੇ ਸਮੇਂ ਤੋਂ ਬਾਬਾ ਜੀ ਤੁਹਾਨੂੰ ਇਹ ਜੁੜੇ? ਜਿਵੇਂ 2 ਸਾਲ ਤੋਂ ਦੱਸਿਆ ਵੀ 2 ਸਾਲ ਹੋ ਗਏ। ਪਰਿਵਾਰ ਵੀ ਤੁਸੀਂ ਦੱਸਿਆ ਵੀ ਹੈ ਨਹੀਂ ਪਰਿਵਾਰ। ਇੱਕ ਸੇਵਾ ਗੁਰੂ ਦੇ ਨਾਲ ਜੁੜੇ ਹੋਏ ਹੋ ਕਿੰਨੇ ਸਮੇਂ ਤੋਂ? ਵੀ ਹੋਰ ਸਾਨੂੰ ਦੱਸੋ ਡਿਟੇਲ 'ਚ ਵੀ ਕਿਵੇਂ ਤੁਹਾਨੂੰ ਲੱਗਦਾ ਸੀ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ? ਮੈਂ ਤਾਂ ਜੀ ਨਿਹੰਗ ਸਿੰਘ ਬਾਣਾ ਮੈਂ ਘੱਟ ਤੋਂ ਘੱਟ ਵੀ 82 ਦਾ ਪਾਇਆ ਹੋਇਆ ਆ। 5ਵੀਂ ਕਲਾਸ 'ਚ ਪੜ੍ਹਦਾ ਸੀ ਮੈਂ ਜਦੋਂ ਦਾ ਇਹ ਬਾਣਾ ਪਾ ਕੇ ਮਹਾਰਾਜ ਦੀ ਸੇਵਾ 'ਚ ਲੱਗਿਆ ਹੋਇਆ ਆ। ਬਾਕੀ ਹੁਣ ਦੇਖੋ ਮਹਾਰਾਜ ਨੇ ਇਹੋ ਜਿਹੀ ਕਿਰਪਾ ਕੀਤੀ, ਹੁਣ ਇਹਨਾਂ ਦੀ ਸੇਵਾ ਦੇ ਵਿੱਚ ਮੈਨੂੰ ਲਾਤਾ ਵਾਹਿਗੁਰੂ ਦੀ ਕਿਰਪਾ ਨਾਲ ਹੀ। ਆਪਣੇ ਮਨ ਤਨ ਦੇ ਨਾਲ ਆਪਾਂ ਕੋਈ ਲਾਲਚ ਦੇ ਵਿੱਚ ਥੋੜੀ ਲੱਗੇ ਹੋਏ ਆ ਵੀ ਜਾਂ ਆਪਾਂ ਨੂੰ ਕੋਈ ਨਾ ਤਾਂ ਲਾਲਚ ਹੈ। ਹੁਣ ਦੇਖ ਲਓ ਕੋਈ ਦੁੱਧ ਤਾਂ ਦੇ ਨਹੀਂ ਰਹੀ, ਆਪਾਂ ਪੱਲਿਓਂ ਕਰਕੇ ਇਹ ਗਰਾਈ ਕਰਕੇ ਇਹਨਾਂ ਲਈ ਤੂੜੀ ਤੰਦ ਪੱਠਾ ਦੱਥਾ ਲਿਆਉਂਦੇ ਆ। ਇਸ ਕਾਰਨ ਇਹਨਾਂ ਦਾ ਢਿੱਡ ਭਰੀਦਾ ਜੀ। ਬਾਕੀ ਸੰਗਤ ਨੂੰ ਬੇਨਤੀ ਹੈ ਕਿ ਸਹਿਯੋਗ ਦੇਣ, ਆਪਾਂ ਪੂਰਾ ਟੋਟਲ ਪੰਜਾਬ ਗਾਵਾਂ ਜਿਹੜੀਆਂ ਵਾਰਾ ਫਿਰ ਰਹੀਆਂ ਨੇ ਇਹਨਾਂ ਨੂੰ ਖਾਲੀ ਕਰ ਸਕੀਏ। ਕਿ ਜਿਹੜੇ ਐਕਸੀਡੈਂਟ ਹੁੰਦੇ ਆ, ਨਵੇਂ ਬੇਟੇ ਮੈਂ ਦੇਖਿਆ ਮਰਦੇ ਐਕਸੀਡੈਂਟ ਹੋ ਕੇ, ਕਈਆਂ ਗੱਡੀਆਂ ਦੇ ਵਿੱਚ ਕਈ ਸਾਨਾਂ ਦੇ ਵਿੱਚ ਗਾਵਾਂ 'ਚ ਗੱਡੀ ਆਣ ਕੇ ਵੱਜ ਜਾਂਦੀ ਆ, ਉੱਥੇ ਹੀ ਖਤਮ ਹੋ ਜਾਂਦੇ ਆ। ਇਸ ਕਾਰਨ ਆਪਾਂ ਸਾਰੇ ਇੱਕ ਮੋਢੇ ਨਾਲ ਮੋਢਾ ਜੋੜ ਕੇ ਜੇ ਇਹ ਕੰਮ ਕਰੀਏ ਤੇ ਆਪਾਂ ਪੂਰਾ ਪੰਜਾਬ ਖਾਲੀ ਕਰ ਸਕੀਏ। ਕਿਉਂ ਸਰਕਾਰਾਂ ਨੇ ਤਾਂ ਇਹਨੂੰ ਕਰਨਾ ਨਹੀਂ, ਨਾ ਹੀ ਸਰਕਾਰਾਂ ਇਸ ਕੰਮ ਵੱਲ ਧਿਆਨ ਦਿੰਦੀਆਂ ਨੇ। ਬਸ ਇਹ ਖਬਰਾਂ ਦੇ ਛੱਡਦੇ ਆ, ਹਾਂਜੀ ਫਲਾਣੇ ਤਾਂ ਅਸੀਂ 100 ਕਿੱਲੇ ਦੀ ਗਊਸ਼ਾਲਾ ਬਣਾਤੀ ਆ ਜੀ, ਫਲਾਣੇ ਥਾਂ ਜੀ 500 ਦੀ ਬਣਾਤੀ ਆ। ਅੱਜ ਤੱਕ ਤਾਂ ਕਿਤੇ ਦੇਖਿਆ ਨਹੀਂ, ਰੋਡਾਂ ਦੇ ਡੰਗਰ ਤੁਰੇ ਫਿਰਦੇ ਆ ਜੀ। ਕਾਫੀ ਇੱਕ ਵੱਡਾ ਜਿਹੜਾ ਤੁਹਾਡੇ ਵੱਲੋਂ ਮਦਦ ਕੀਤੀ ਜਾ ਰਹੀ ਆ ਉਹਨਾਂ ਪਰਿਵਾਰਾਂ ਦੀ, ਕਿਉਂਕਿ ਅਕਸਰ ਆਪਾਂ ਵੀ ਦੇਖਦੇ ਹਾਂ ਵੀ ਐਕਸੀਡੈਂਟ ਦੇ ਉੱਤੇ ਰੋਡ ਦੇ ਉੱਤੇ ਐਕਸੀਡੈਂਟ ਹੋ ਗਿਆ
ਪਰਿਵਾਰ ਚਲੇ ਜਾਂਦੇ ਨੇ। ਸੋ ਰਾਤ ਨੂੰ ਜਦੋਂ ਤੁਸੀਂ ਇੱਥੇ ਰਹਿੰਦੇ ਹੋ, ਇੱਥੇ ਗਾਵਾਂ ਦੇ ਵਿੱਚ ਹੀ ਇੱਥੇ ਸੌਣਾ ਵੀ ਇੱਥੇ ਹੋਏਗਾ ਤੁਹਾਡਾ, ਇੱਥੇ ਵਿਚਰਦੇ ਹੋ ਸਾਰਾ ਨਾ, ਰਾਤ ਨੂੰ ਫਿਰ ਡਰ ਨਹੀਂ ਲੱਗਦਾ ਵੀ ਕਿੱਥੇ ਇੱਕ ਸੁਨਸਾਨ ਜਗ੍ਹਾ ਤੇ ਬੈਠਾ ਹੋਇਆ ਮੈਂ ਇੱਕ, ਕਿਉਂਕਿ ਇੱਕ ਜਿਹੜਾ ਜਿਵੇਂ ਸੇਵਾ ਕਰਦਾ ਹੁੰਦਾ ਉਹਦੇ ਬਹੁਤ ਨਾਮ ਉਹਦੇ ਤੇ ਸਵਾਲ ਉੱਠਣ ਲੱਗ ਜਾਂਦੇ ਨੇ, ਯਾਰ ਇਹ ਕਿਉਂ ਕਰ ਰਿਹਾ, ਇਹ ਕਿਉਂ ਇਹ ਪੈਸਾ ਖਾ ਰਿਹਾ, ਇਦਾਂ ਸਵਾਲ ਉੱਠਣ ਲੱਗ ਜਾਂਦੇ ਨੇ। ਇਦਾਂ ਦਾ ਕਦੇ ਕੁਝ ਹੋਇਆ? ਨਹੀਂ ਜੀ ਨਹੀਂ, ਸਾਨੂੰ ਕੋਈ ਇਹੋ ਜਿਹਾ ਪਹਿਲੀ ਗੱਲ ਤੇ ਇੱਥੇ ਕੋਈ ਪੈਸਾ ਹੀ ਨਹੀਂ ਹੈਗਾ। ਅਸੀਂ ਤਾਂ ਮੰਗ ਕੇ ਇਹਨਾਂ ਨੂੰ ਲਿਆ ਕੇ ਖਵਾਉਂਦੇ ਆ, ਅਸੀਂ ਪੈਸਾ ਕਿੱਥੋਂ ਖਾਣਾ ਆ? ਇਹਨਾਂ ਦਾ ਢਿੱਡ ਭਰ ਜੇ ਇੰਨਾ ਥੋੜਾ ਆ। ਅਸੀਂ ਤਾਂ ਆਪਣੇ ਕੱਪੜੇ ਵੀ ਨਹੀਂ, ਅਸੀਂ ਤਾਂ ਉਹਨਾਂ ਚਿਰ ਰੋਟੀ ਨਹੀਂ ਖਾਂਦੇ ਜਿੰਨ ਚਿਰ ਇਹਨਾਂ ਨੂੰ ਅਸੀਂ ਖਵਾ ਨਹੀਂ ਲੈਂਦੇ। ਠੀਕ ਹੈ ਨਾ, ਕਿਉਂ ਇਹ ਸਭ ਤੋਂ ਮੁੱਖ ਸਾਨੂੰ ਇਹ ਆ, ਅਸੀਂ ਪੈਸਾ ਇਹਨਾਂ ਦਾ ਵਿਚਾਰੀਆਂ ਦਾ ਕੀ ਖਾਣਾ, ਇਹਨਾਂ ਦਾ ਢਿੱਡ ਭਰ ਲਈਏ ਇੰਨਾ ਹੀ ਬਹੁਤ ਹੈ। ਬਾਕੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੇਵਾ ਕਰਨ। ਇਹ ਜਿਹੜਾ ਗੂੰਗਾ ਧਨ ਹੈ ਇਹਨਾਂ ਨੂੰ ਆਪਾਂ ਪ੍ਰਸ਼ਾਦਾ ਪਾਣੀ ਦੇ ਸਕੀਏ, ਕਿ ਇਹ ਨਾ ਧਿਆਈਆਂ ਮਾਰਨ। ਹੁਣ ਦੇਖ ਲਓ ਤੁਹਾਡੇ ਸਾਹਮਣੇ ਕੋਈ ਗਾਂ ਭੁੱਖੀ ਤਾਂ ਨਹੀਂ ਹੈ, ਸਾਰੀਆਂ ਰੱਜੀਆਂ ਹੋਈਆਂ, ਪਾਣੀ ਪਿਲਾਇਆ ਹੋਇਆ, ਦੇਖੋ ਆਰਾਮ ਨਾਲ ਬੈਠੀਆਂ ਹੋਈਆਂ ਨੇ। ਤੇ ਬਾਬਾ ਜੀ ਪਾਣੀ ਪੂਣੀ ਕਿੱਥੋਂ ਆਉਂਦਾ ਹੈ? ਕਿ ਸਪਲਾਈ ਵਗੈਰਾ ਲਵਾਈ ਹੋਈ ਹੈ ਜਾਂ? ਨਹੀਂ, ਅਸੀਂ ਟੈਂਕਰ ਨਾ 500 ਰੁਪਏ ਦਾ ਮੁੱਲ ਮੰਗਾ ਲਈਦਾ। ਹਾਂਜੀ, ਉਹ ਮੁੱਲ ਮੰਗਾ ਕੇ ਪਾਣੀ ਫਿਰ ਉਹ ਡਰਮ ਭਰ ਲਈਦੇ ਆ। ਤੇ ਜਦੋਂ ਟੈਂਕਰ ਵਾਲਾ ਆਉਂਦਾ ਉਹ ਤਾਂ ਕਈ ਵਾਰ ਜਾਂ ਫ੍ਰੀ ਕਦੇ ਦੇ ਕੇ ਗਿਆ ਵੀ ਬਾਬਾ ਚਲੋ ਕੋਈ ਨਾ ਸਾਡੇ ਵੱਲ? ਕੋਈ ਨਹੀਂ ਫ੍ਰੀ ਦਿੰਦਾ ਹੈ, ਕਿਉਂ ਜਿਹੜੇ ਕਿਰਾਏਦਾਰ ਹੁੰਦੇ ਆ ਉਹ ਕਦੋਂ ਫ੍ਰੀ ਭਰਦੇ ਆ? ਅਗਲੇ ਨੇ ਕੰਮ ਆਪਣਾ ਚਲਾਇਆ ਹੁੰਦਾ। ਚਲੋ ਸਾਨੂੰ ਇੰਨਾ ਹੀ ਬੜਾ, ਚਲੋ ਸਾਨੂੰ ਪਾਣੀ ਤਾਂ ਪਹੁੰਚ ਜਾਂਦਾ ਟੈਂਕਰ ਦੇ ਨਾਲ, ਇੰਨੇ ਨਾਲ ਸਾਡੀਆਂ ਗਾਵਾਂ ਰੱਜ ਜਾਂਦੀਆਂ ਨੇ, ਪਾਣੀ ਨਾਲ ਥਿਆਈਆਂ ਨਹੀਂ ਮਰਦੀਆਂ। ਹੋਰ ਨਾਲ ਸਹਿਯੋਗ ਕੌਣ ਦਿੰਦਾ ਤੁਹਾਡੇ ਇੱਥੇ ਜਿਹੜੇ ਆਪਣੇ ਸੇਵਾਦਾਰ ਨੇ? ਉਹ ਦੇਖੋ ਇਸ਼ਨਾਨ ਕਰ ਰਿਹਾ ਸਿੰਘ ਇੱਕ, ਉਹ ਕਹੀ ਨਾਲ ਜਿਹੜਾ ਮਿੱਟੀ ਢਾਰਿਆ ਆ। ਹਾਂਜੀ ਹਾਂਜੀ, ਇਹ ਮੇਰੇ ਨਾਲ ਇੱਥੇ ਸਹਿਯੋਗ ਦਿੰਦੇ ਨੇ ਬੰਦੇ। ਹਾਂਜੀ, ਇਹ ਸੇਵਾਦਾਰ ਮੇਰੇ ਨਾਲ ਨੇ, ਇਹ ਮੇਰੇ ਨਾਲ ਜੁੜੇ ਹੋਏ ਆ ਜੀ। ਬਾਬਾ ਜੀ ਇੱਕ ਪੁਰਾਣਾ ਬੁਲਟ ਦੇਖਿਆ, ਕਿਵੇਂ ਇਹ ਕੀ ਇਹਦੀ ਕੀ ਨਿਸ਼ਾਨੀ ਹੈ ਇੱਥੇ? ਰਾਜਦੂਤ ਆ ਜੀ। ਅੱਛਾ ਹੈ, ਹਾਂ। ਕੀ ਇਹਦਾ ਦੱਸੋ, ਇਹਦੇ ਬਾਰੇ ਕੀ ਗੱਲ ਹੈ ਇਹਦੀ? ਇਹ ਮਤਲਬ ਕਿ ਪੁਰਾਣਾ ਰੱਖਿਆ ਹੋਇਆ ਆ, ਇਹਦੇ ਨਾਲ ਅਸੀਂ ਪੱਠੇ ਲਿਆਈਦੇ ਆ। ਉਹ ਦੇਖੋ ਰੇੜੀ ਰੱਖੀ ਹੋਈ, ਇਹਦੇ ਮਗਰ ਪਾ ਕੇ। ਠੀਕ ਹੈ। ਹਾਂਜੀ ਹਾਂਜੀ, ਇਹਦੇ ਮਗਰ ਬੰਨ ਲਈਦੀ ਹੈ, ਇਹਦੇ ਤੇ 5-6 ਪੰਡਾ ਤੂੜੀ ਦੀਆਂ ਆ ਜਾਂਦੀਆਂ। ਅੱਛਾ ਅੱਛਾ। ਹਾਂਜੀ ਹਾਂਜੀ, ਕੋਈ ਲੋੜ ਨਹੀਂ ਪੈਂਦੀ ਵੀ ਕਿਸੇ ਨੂੰ ਟਰੈਕਟਰ ਵਾਲੇ ਨੂੰ ਮੈਂ ਬੰਨ ਕੇ ਦਿਖਾਉਣਾ। ਆਹ ਦੇਖਿਓ ਨਾ। ਹਾਂਜੀ, ਉਹ ਆਪਾਂ ਕੋਈ ਨਾ ਬਾਅਦ ਚ ਆਪਾਂ ਬੰਨ ਲਾਂਗੇ, ਕਿਵੇਂ ਕਰਾਂਗੇ। ਤੇ ਮੈਨੂੰ ਹੋਰ ਡਿਟੇਲ ਚ ਦੱਸੋ ਵੀ ਕਦੇ ਲੋੜ ਨਹੀਂ ਪਈ ਟਰੈਕਟਰ ਟਰਾਲੀ ਵਾਲੇ ਦੀ ਵੀ ਹਨਾ ਉਹਨੂੰ ਪੈਸੇ ਦੇਣੇ ਲੈ ਕੇ ਆਉਣਾ? ਪੁੱਠੇ ਲਿਆਉਣ ਦੀ ਸਾਨੂੰ ਕੋਈ ਦਿੱਕਤ ਨਹੀਂ। ਅਸੀਂ ਬਾਹਰੋਂ ਇਹ ਰੇੜੀ ਬੰਨ ਕੇ ਇਹਦੇ ਮਗਰ ਹੀ, ਇਹ ਰਾਜਦੂਤ ਮੋਟਰਸਾਈਕਲ ਬਹੁਤ ਤਕੜਾ ਇਹ। ਅੱਛਾ ਜੀ। ਇਹ ਘੱਟ ਤੇ ਘੱਟ 5-6 ਕੁਇੰਟਲ ਪੱਠੇ ਖਿੱਚ ਲਿਆਉਂਦਾ। ਇਹਨੇ ਨਾਲ ਇਹ ਗਾਵਾਂ ਰੱਜ ਜਾਂਦੀਆਂ ਨੇ। ਅੱਛਾ ਅੱਛਾ। ਹਾਂਜੀ ਹਾਂਜੀ। ਤੇ ਹੋਰ ਕਿਸ ਤਰ੍ਹਾਂ ਦੇ ਹੁਣ ਮੰਗ ਕਿਵੇਂ ਦੀ ਰੱਖਦੇ ਹੋ ਤੁਸੀਂ, ਕਿਵੇਂ ਦਾ ਵੀ ਹੋਣਾ ਚਾਹੀਦਾ ਹੈ? ਕਿਉਂਕਿ ਕਾਫੀ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ। ਮੈਂ ਤਾਂ ਇਹ ਮੰਗ ਰੱਖਦਾ ਕਿ ਸਾਡੀ ਵੱਧ ਤੋਂ ਵੱਧ ਸਰਕਾਰ ਨੂੰ ਵੀ ਬੇਨਤੀ ਹੈ, ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਡੀ ਮਦਦ ਕਰਨ। ਅਸੀਂ ਪੂਰਾ ਟੋਟਲ ਪੰਜਾਬ ਜਿਹੜਾ ਆ ਉਹ ਖਾਲੀ ਕਰ ਲਈਏ, ਕਿ ਜਿਹੜੇ ਸਾਡੇ ਐਕਸੀਡੈਂਟ ਹੁੰਦੇ ਨੇ ਉਹਨਾਂ ਤੋਂ ਅਸੀਂ ਬਚ ਜਾਈਏ, ਸਾਡੀਆਂ ਜਾਨਾਂ ਬਚ ਜਾਣਗੀਆਂ। ਕਿਉਂ ਇਹ ਨਿਆਈਏ ਮੌਤੇ ਮਰ ਜਾਣਾ ਵੱਜ ਕੇ ਕਿਸੇ ਦੇ ਵਿੱਚ, ਉਹ ਵੀ ਬੜਾ ਬੁਰਾ ਹੁੰਦਾ। ਅਗਲਾ ਘਰੋਂ ਨਿਕਲਿਆ ਹੁੰਦਾ, ਕਈ ਵਾਰੀ ਗਾਂ ਇਹੋ ਜਿਹੀ ਆਉਂਦੀ ਆ ਵਿੱਚ ਵੱਜਦੀ ਆਣ ਕੇ, ਜਦੇ ਹੀ ਉਸੇ ਵੇਲੇ ਪਟਾਕਾ ਪੈ ਜਾਂਦਾ। ਗਾਵਾਂ ਦਾ ਅਕਸਰ ਮੈਂ ਧਰਮ ਨਾਲ ਨਹੀਂ ਜੋੜਨਾ ਚਾਹੁੰਦਾ ਕਿਸੇ ਵੀ, ਗਾਵਾਂ ਦਾ ਅਕਸਰ ਰੌਲਾ ਪੈ ਜਾਂਦਾ। ਜੇ ਕਿਤੇ ਕੋਈ ਬੇਅਦਬੀ ਹੋ ਜਾਏ, ਗਾਂ ਦੀ ਬੇਅਦਬੀ ਕਰ ਦੇਣ ਜਾਂ ਕਿਸੇ ਵੱਲੋਂ ਹੋ ਜਾਏ, ਭੁੱਲੇ ਚੁੱਕ ਹੋ ਜਾਏ, ਕਈ ਅਜਿਹੇ ਧਰਮ ਹੁੰਦੇ ਨੇ ਵੀ ਬੋਲਣ ਲੱਗ ਜਾਂਦੇ ਨੇ। ਮੈਂ ਧਰਮਾਂ ਨਾਲ ਤੁਲਨਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਧਰਮਾਂ ਨਾਲ ਕਿਸੇ ਨਾ ਕਿਸੇ ਕੋਈ ਨਹੀਂ ਜੋੜ ਸਕਦਾ, ਪਰ ਉਹਨਾਂ ਦੀ ਦੇਖਭਾਲ ਲਈ ਅੱਗੇ ਨਹੀਂ ਆਉਂਦੇ। ਅੱਜ ਤੁਸੀਂ ਅੱਗੇ ਆਏ ਹੋ, ਬਹੁਤ ਵੱਡਾ ਉਪਰਾਲਾ ਹੈ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅੱਜ ਜਿਹੜੀਆਂ ਗਾਵਾਂ ਅਵਾਰਾ ਫਿਰਦੀਆਂ ਨੇ, ਅਕਸਰ ਉਹਨਾਂ ਵੱਲੋਂ ਚੀਕ ਚੀਕ ਕੇ ਵੀ ਕਿਹਾ ਜਾਂਦਾ ਹੈ ਵੀ ਗਾਵਾਂ ਸਾਡੇ ਲਈ ਬਹੁਤ ਕੁਛ ਨੇ, ਪਰ ਗਾਵਾਂ ਅਵਾਰਾ ਫਿਰਦੀਆਂ ਨੇ, ਵੱਡੀ ਗੱਲ ਹੋ ਜਾਂਦੀ ਹੈ। ਪਰ ਚੱਕਰ ਇਹ ਹੈ ਨਾ, ਚੀਕੀ ਤੇ ਜਾਂਦੇ ਆ ਜਾਂ ਤਾਂ ਸਹਿਯੋਗ ਦੇਣ ਆਣ ਕੇ, ਫਾਇਦਾ ਤਾਂ ਤਾਂ ਆ। ਚੀਕਣ ਨਾਲ ਥੋੜੀ ਗੱਲ ਬਣ ਜਾਣੀ ਆ ਵੀ ਮੈਂ ਇੱਥੇ ਬੈਠਾ ਰੌਲਾ ਪਾਈ ਜਾਂਦਾ, ਰੌਲਾ ਪਾਈ ਵੀ ਉਹ ਡੁੱਬ ਗਿਆ। ਹੁਣ ਡੁੱਬੇ ਨੂੰ ਜਾਂ ਤਾਂ ਮੈਂ ਫੜਾਂ ਤਾਂ ਆ ਨਾ, ਫਾਇਦਾ ਤਾਂ ਇਸ ਗੱਲ ਦਾ ਆ। ਬੇਅਦਬੀ ਤਾਂ ਆਪੇ ਹੁੰਦੀ ਹੈ ਜਦੋਂ ਰੋਡਾਂ 'ਤੇ ਤੁਰੀਆਂ ਫਿਰਦੀਆਂ, ਗੰਦਾ ਖਾਂਦੀਆਂ, ਲਿਫਾਫੇ ਖਾਂਦੀਆਂ ਨੇ, ਆਪੇ ਬੇਅਦਬੀ ਤਾਂ ਆਪੇ ਹੀ ਹੋਣੀ ਹੈ। ਪਹਿਲੇ ਸਾਰਿਆਂ ਤੋਂ ਵੱਡੀ ਗੱਲ ਤੇ ਆ ਵੀ ਜਿਹੜਾ ਦੁੱਧ ਪੀ ਕੇ ਜਿਹੜੇ ਛੱਡਦੇ ਆ ਨਾ, ਸਭ ਤੋਂ ਵੱਡਾ ਤਾਂ ਉਹਨਾਂ ਦਾ ਜਿਹੜਾ ਇਹ ਛੱਡਣ ਦਾ ਸਹਿਯੋਗ ਆ, ਉਹ ਵੀ ਇਹਨਾਂ ਨੂੰ ਗਲਤ ਕੰਮ ਹੈ ਨਾ। ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਦੁੱਧ ਪੀ ਕੇ। ਜਦ ਗਊਸ਼ਾਲਾ ਛੱਡ ਦੇਣ ਤੇ ਗਊਸ਼ਾਲਾ ਵਾਲੇ ਵੀ ਨਹੀਂ ਲੈਂਦੇ ਹੈਗੇ, ਉਹ ਵੀ ਪੈਸੇ ਕੀ ਕਰਦੇ, ਪਰਚੀ 2100 ਰੁਪਏ ਦੀ ਕੱਟਦੇ ਨੇ। ਉਹ ਮੁੜ ਕੇ ਜਦੋਂ ਛੱਡਣ ਵਾਲਾ ਅਜੇ ਬਾਹਰ ਵੀ ਨਹੀਂ ਨਿਕਲਦਾ, ਗਾਂ ਪਹਿਲਾਂ ਹੀ ਬਾਹਰ ਹੋਈ ਹੁੰਦੀ ਹੈ, ਉਹ ਰਾਤ ਨੂੰ ਬਾਹਰ ਕੱਢ ਦਿੰਦੇ ਆ। ਪਰਚੀ ਸਿਰਫ ਕੱਟਣੀ ਉਹਨਾਂ ਨੇ 2100 ਰੁਪਏ ਦੀ। ਉਹ ਤਾਂ ਇੱਕ ਉਹਨਾਂ ਨੇ ਖਾਣ ਦੇ ਢਕਵਾਂਜ ਬਣਾਏ ਹੋਏ ਆ। ਮੰਦਰਾਂ 'ਚ ਜਾ ਕੇ ਦੇਖ ਲਿਓ ਕਿੰਨੀ ਲੜਾਈ ਹੁੰਦੀ ਆ, 2-2 3-3 ਪਾਰਟੀਆਂ ਬਣੀਆਂ ਹੋਈਆਂ ਖਾਣੇ ਨੂੰ। ਪਰ ਇਹ ਗੱਲ ਗਲਤ ਹੈ ਨਾ। ਅਸੀਂ ਇੱਕ ਗੁਰੂ ਘਰ ਦੇ ਵਿੱਚ ਆਏ ਆ, ਫਿਰ ਸਾਡੇ ਅੰਦਰੋਂ ਈਰਖਾ ਹੀ ਨਹੀਂ ਜਾਂਦੀ। ਕਹਿੰਦੇ ਨੇ ਉਹ ਗੱਲ ਸੱਚੀ ਹੈ, ਕਹਿੰਦੇ ਰੱਬ ਨਹੀਂ ਡਾਂਗਾ ਮਾਰਦਾ ਮੱਤ ਵੱਲੀ ਦੇ।
ਕੋਈ ਰੱਬ ਕਿਸੇ ਨੂੰ ਡਾਂਗਾ ਥੋੜੀ ਮਾਰਦਾ। ਉਹਨਾਂ ਦਾ ਨਾ ਉਹ ਖਾ ਖਾ ਕੇ ਜਿਹੜਾ ਉੱਥੇ ਦਾ ਮਤਲਬ ਧਨ ਹੈ, ਉਹਨਾਂ ਦੀ ਮੱਤ ਮੋਟੀ ਹੋਈ ਹੈ, ਹੋਰ ਗੱਲ ਕੁਛ ਨਹੀਂ ਹੈ। ਉਹ ਉਹਨਾਂ ਨੂੰ ਧਨ ਹੀ ਮਾਰੀ ਜਾਂਦਾ ਹੈ, ਉਹਨੂੰ ਪੈਸੇ ਦਿਖਦੇ ਪਰ ਇਹ ਨਹੀਂ ਦੇਖਦਾ ਮੇਰਾ ਪਾਪ ਹੈ ਇਹ। ਪਰ ਸੋਚ ਨਹੀਂ ਆਉਂਦੀ ਉਹਨਾਂ ਦੀ। ਬਾਬਾ ਜੀ ਇੱਕ ਮੈਂ ਹੋਰ, ਜਿਵੇਂ ਜੇ ਗਾਂ ਢਿੱਲੀ ਮੱਥੀ ਹੋ ਜੇ ਜਾਂ ਸੱਟ ਫੇਟ ਵੱਜ ਜੇ, ਫਿਰ ਇਹਨਾਂ ਦੀ ਦਵਾਈ ਬੂਟੀ ਦਾ ਕਿਵੇਂ ਕਰਦੇ ਹੋ ਤੁਸੀਂ? ਸਾਡੇ ਕੋਲ ਜੀ ਇੱਥੇ ਨਾ ਹਸਪਤਾਲ ਹੈ ਸਰਕਾਰੀ ਲਾਂਡਰਾਂ, ਅਸੀਂ ਫਿਰ ਉੱਥੇ ਡਾਕਟਰ ਸਾਹਿਬ ਨੂੰ ਵੀ ਬੁਲਾ ਲਈਦਾ, ਉਹ ਆ ਜਾਂਦੇ ਨੇ, ਉਹ ਫ੍ਰੀ ਫਿਰ ਸੇਵਾ ਕਰ ਜਾਂਦੇ ਇਹਨਾਂ ਦੀ। ਹਾਂਜੀ, ਉਹਨਾਂ ਨੇ ਆਹ ਦੇਖੋ ਚਿੱਚੜ ਵਾਲੀਆਂ ਦਵਾਈਆਂ ਵੀ ਸਾਨੂੰ ਦਿੱਤੀਆਂ ਹੋਈਆਂ, ਰੱਖੀਆਂ ਹੋਈਆਂ ਸੀ। ਇਹਨਾਂ ਦੇ ਜਿਨ੍ਹਾਂ ਦੇ ਚਿੱਚੜ ਪੈ ਜਾਂਦੇ ਉਹ ਗੋਲੀਆਂ ਦੇ ਦਿੰਦੇ, ਫਿਰ ਇਹਨਾਂ ਨੂੰ ਅਸੀਂ ਉਹ ਗੋਲੀਆਂ ਵੀ ਦੇਈਦੀਆਂ, ਉਹਨਾਂ ਨਾਲ ਫਿਰ ਚਿੱਚੜ ਖਤਮ ਹੋ ਜਾਂਦੇ ਆ। ਬਾਬਾ ਜੀ ਹੁਣ ਆਪਾਂ ਜਿਵੇਂ ਚਾਨਣਾ ਪਾਇਆ, ਤੁਸੀਂ ਹਰੇਕ ਗੱਲ ਬਾਰੇ ਦੱਸਿਆ ਸਾਨੂੰ ਇੱਥੇ ਗਾਵਾਂ ਦੀ। ਜਾਂਦੇ ਇੱਕ ਛੋਟਾ ਜਿਹਾ ਮੈਸੇਜ ਕੀ ਦੇਣਾ ਚਾਹੁੰਦੇ ਹੋ ਸਰਕਾਰਾਂ ਨੂੰ, ਇੱਥੋਂ ਦੇ ਲੋਕਾਂ ਨੂੰ, ਜਿਵੇਂ ਤੁਸੀਂ ਖਰੜ ਦੇ ਕੋਲ ਰਹਿੰਦੇ ਹੋ, ਚੱਪੜਚਿੜੀ ਦੇ ਕੋਲ ਰਹਿੰਦੇ ਹੋ, ਮੋਹਾਲੀ ਦੇ ਕੋਲ ਰਹਿੰਦੇ ਹੋ, ਕਿਉਂਕਿ ਇੱਥੋਂ ਜਿੰਨੀਆਂ ਵੀ ਗਾਵਾਂ ਐਕਸੀਡੈਂਟ ਅਕਸਰ ਹੁੰਦੇ ਹੋਣਗੇ, ਕਈਆਂ ਦੇ ਜਿਹੜੇ ਵੀਡੀਓ ਵੀ ਦੇਖਦੇ ਹੋਣਗੇ ਉਹ ਵੀ ਸੋਚਦੇ ਹੋਣਗੇ ਵੀ ਸਾਡਾ ਜਾਂ ਕਿਸੇ ਦਾ ਪੁੱਤ ਗਿਆ ਹੋਣਾ, ਕਿਸੇ ਦੀ ਮਾਂ ਗਈ ਹੋਣੀ, ਕਿਸੇ ਦਾ ਪਿਓ ਗਿਆ ਹੋਣਾ, ਹੈ ਨਾ, ਰੋਡ ਦੇ ਵਿੱਚ। ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਅੱਜ ਸਾਨੂੰ ਇਹ ਕਦਮ ਸਾਰਿਆਂ ਨੂੰ ਰਲ ਕੇ ਚੁੱਕਣਾ ਚਾਹੀਦਾ? ਸਾਨੂੰ ਜੀ ਮੈਂ ਤੇ ਇਹ ਕਹਿੰਦਾ ਵੀ ਹੱਥ ਜੋੜ ਕੇ ਜੇ ਅਸੀਂ ਇੱਕ ਮੁੱਠ ਹੋ ਕੇ ਜੇ ਇਹ ਕੰਮ ਕਰਾਂਗੇ ਤੇ ਕੰਮ ਹੋ ਜਾਏਗਾ। ਤੇ ਜੇ ਅਸੀਂ ਦੋ ਪਾਰਟੀਆਂ ਬਣਾ ਕੇ ਵੀ ਮੈਂ ਕਾਂਗਰਸੀ ਹਾਂ ਤੇ ਮੈਂ ਅਕਾਲੀ ਹਾਂ, ਫੇਰ ਨਹੀਂ ਕੰਮ ਹੋਣੇ। ਇਹ ਜਿਹੜਾ ਕੰਮ ਹੈ ਇਹ ਸਾਰਿਆਂ ਲਈ ਸਾਂਝਾ ਕੰਮ ਹੈ, ਹਰ ਇੱਕ ਮਰਦਾ। ਕਾਂਗਰਸੀ ਨੇ ਮਰਨਾ, ਅਕਾਲੀ ਨੇ ਮਰਨਾ, ਝੰਡੇ ਵਾਲੇ ਨੇ ਮਰਨਾ, ਡੰਡੇ ਵਾਲੇ ਨੇ ਵੀ ਮਰਨਾ, ਸਾਰਿਆਂ ਨੇ ਮਰ ਜਾਣਾ। ਕਿਉਂ ਜਿਹੜਾ ਵੱਜ ਗਿਆ ਇਹਦੇ ਵਿੱਚ ਇਹਨੇ ਬਖਸ਼ਣਾ ਨਹੀਂ। ਕਿਉਂ ਰਾਤ ਦੇ ਸਮੇਂ ਦੇ ਵਿੱਚ ਕਾਲੀ ਗਾਂ ਤਾਂ ਜਮਾਂ ਹੀ ਨਹੀਂ ਦਿਖਦੀ। ਇਹ ਰੋਡ ਦੇ ਗੱਭੇ ਤੁਰੀ ਜਾਂਦੀ ਹੁੰਦੀ ਆ, ਬੜੇ ਬੜੇ ਟਰੱਕ ਵੱਜ ਜਾਂਦੇ ਆ, ਗਾਰਾਂ ਵੱਜ ਜਾਂਦੀਆਂ, ਐਕਸੀਡੈਂਟ ਹੋ ਜਾਂਦੇ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆ ਕਿ ਹੱਥ ਜੋੜ ਕੇ ਵੀ ਮੇਰੇ ਸਹਿਯੋਗ ਦਿਓ, ਮੈਂ ਪੂਰਾ ਟੋਟਲ ਪੰਜਾਬ ਵਿਹਲਾ ਕਰਕੇ ਮੁੜਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਇਕਬਾਲ ਜੀ ਕੋਲ ਪਹੁੰਚੇ ਹੋਏ ਸੀ। ਕੱਲ ਅਚਾਨਕ ਮੁਲਾਕਾਤ ਹੁੰਦੀ ਹੈ, ਤਸਵੀਰਾਂ ਤੇ ਜਾਣਨਾ ਤੁਹਾਡੇ ਨਾਲ ਪਵਾਉਣਾ ਜ਼ਰੂਰੀ ਸੀ, ਕਿਉਂਕਿ ਅਕਸਰ ਦੇਖਦੇ ਹਾਂ ਰੋਡਾਂ ਦੇ ਉੱਤੇ ਘਟਨਾਵਾਂ ਵਾਪਰਦੀਆਂ ਨੇ। ਮੇਨ ਗਾਵਾਂ ਦਾ ਮੁੱਦਾ ਆ ਜਾਂਦਾ ਹੈ ਵੀ ਗਾਵਾਂ ਭਟਕ ਰਹੀਆਂ ਨੇ ਰੋਡਾਂ ਦੇ ਉੱਤੇ, ਗੰਦ ਪਿੱਲ ਖਾ ਕੇ ਮਰ ਜਾਂਦੀਆਂ ਨੇ, ਗੰਦੀ ਮੁਸ਼ਕ ਆਉਂਦੀ ਰਹਿੰਦੀ ਹੈ ਰੋਡਾਂ ਦੇ ਉੱਤੇ, ਪਰ ਇਹਨਾਂ ਦੀ ਕੋਈ ਦੇਖਭਾਲ ਨਹੀਂ ਕਰਦਾ। ਕਈ ਅਜਿਹੇ ਇਨਸਾਨ ਹੁੰਦੇ ਨੇ ਕਿ ਰੱਬ ਵੱਲੋਂ ਭੇਜੇ ਹੁੰਦੇ ਫਰਿਸ਼ਤੇ ਹੁੰਦੇ ਨੇ, ਉਹ ਅਜਿਹੇ ਕੰਮ ਕਰਦੇ ਨੇ। ਅਸੀਂ ਧਰਮ ਨਾਲ ਨਹੀਂ ਜੋੜਨਾ ਚਾਹੁੰਦੇ। ਇਹ ਵੀਡੀਓ ਨੂੰ ਵੀ ਸ਼ੇਅਰ ਕਰਿਓ, ਉਹਨਾਂ ਤੱਕ ਪਹੁੰਚ ਸਕੇ, ਤਾਂ ਕਿ ਉਹ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੀ ਕੋਈ ਅਜਿਹੇ ਇਨਸਾਨ ਵੀ ਹੈਗੇ ਵੀ ਧਰਮ ਨਾਲ ਜੋੜ ਕੇ ਨਹੀਂ, ਉਹਨਾਂ ਨੂੰ ਜਿਹੜੇ ਜਾਨਵਰ ਤੁਰੇ ਫਿਰਦੇ ਨੇ, ਗਾਵਾਂ ਤੁਰੀਆਂ ਫਿਰਦੇ ਨੇ, ਉਹਨਾਂ ਦੀ ਦੇਖਭਾਲ ਕਰ ਰਹੇ ਨੇ। ਸੋ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ, ਆਪਣੇ ਵਿਚਾਰ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਕੈਮਰੇ ਸਾਥ ਦੇ ਰਹੇ ਸੀ ਕਰਨ। ਧੰਨਵਾਦ।